ਸਤਿ ਸ੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਲਈ ਸਰਕਾਰ ਦਾ ਅਲਟੀਮੇਟਮ। ਸੀਐਮ ਮਾਨ ਨੇ ਕੀਤਾ ਟਵੀਟ, ਕਿਹਾ 31 ਮਈ ਤੱਕ ਛੱਡ ਦਿਓ ਕਬਜ਼ੇ, ਨਹੀਂ ਹੋਵੇਗੀ ਕਾਰਵਾਈ। ਭਲਕੇ ਹੋਵੇਗੀ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ, ਜਥੇਦਾਰ ਨੂੰ ਲੈ ਕੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ। ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਮਾਨ ਸਰਕਾਰ ਤੇ ਇਲਜ਼ਾਮ, ਕਿਹਾ ਮੰਤਰੀ ਕਟਾਰੂ ਚੱਕ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਨਾਭਾ ਜੇਲ੍ਹ ਤੋਂ ਬਾਹਰ ਆਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਹੈ ਕਿ 31 ਮਈ ਤੱਕ ਕਬਜ਼ੇ ਵਾਲੀਆਂ ਜ਼ਮੀਨਾਂ ਛੱਡ ਦਿੱਤੀਆਂ ਜਾਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਰਸੂਖਦਾਰ ਲੋਕਾਂ ਨੇ ਪੰਜਾਬ ਦੇ ਵਿੱਚ ਪੰਚਾਇਤੀ, ਸ਼ਾਮਲਾਟ, ਜੰਗਲਾਤ ਵਿਭਾਗ ਜਾਂ ਫਿਰ ਕੋਈ ਹੋਰ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ, ਉਹਨਾਂ ਨੂੰ ਅਪੀਲ ਹੈ ਕਿ 31 ਮਈ ਤੱਕ ਆਪਣੇ ਕਬਜ਼ੇ ਛੱਡ ਦੇਣ, ਕਿਉਂਕਿ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ, ਜਿਨ੍ਹਾਂ ਨੇ ਕਬਜ਼ਾ ਧਾਰਕ ਲੋਕਾਂ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਪੰਚਾਇਤੀ ਜ਼ਮੀਨਾਂ ਤੇ ਕੀਤੇ ਨਾਜਾਇਜ਼ ਕਬਜ਼ੇ ਛੱਡ ਦੇਣ। ਇਸ ਤੋਂ ਇਲਾਵਾ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਜੋ ਨਾਜਾਇਜ਼ ਕਬਜ਼ੇ ਲੋਕ ਕਰਕੇ ਬੈਠੇ ਨੇ, ਉਹਨਾਂ ਨੂੰ 31 ਮਈ ਤੱਕ ਛੱਡਣ ਦੀ ਅਪੀਲ ਕੀਤੀ ਹੈ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਇਹ ਜ਼ਮੀਨਾਂ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਕਿਸੇ ਦੀ ਜਿਹੜੀ ਜੱਦੀ ਜਾਇਦਾਦ ਨਹੀਂ ਹੈ। ਮੈਂ ਪੰਜਾਬੀਆਂ ਨੂੰ ਅੱਜ ਫਿਰ ਅਪੀਲ ਕਰਨ ਲੱਗਾ। ਅੱਜ ਸਵੇਰੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਵੀ ਕੀਤਾ। ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ, ਇਸ ਮੁਹਿੰਮ ਦੇ ਦੌਰਾਨ ਜਿਹੜਾ ਵੀ ਵਿਅਕਤੀ ਜਿਹੜਾ ਵੀ ਜਿਹਦੇ ਕੋਲ ਵੀ ਇਹ ਜ਼ਮੀਨ ਜਗ੍ਹਾ ਦੱਬੀ ਹੈ, ਉਹ 31 ਮਈ ਤੱਕ ਇਹਨੂੰ ਜਿਹੜਾ ਛੱਡ ਦੇਵੇ। 31 ਮਈ ਤੱਕ ਉਹ ਆਪਣੇ ਆਪ ਹੀ ਛੱਡ ਦੇਣ ਕਿ 31 ਮਈ ਤੱਕ ਜਿਹੜਾ ਵੀ ਬੰਦਾ ਆਪਣੇ ਆਪ ਜ਼ਮੀਨ ਜਿਹੜੀ ਛੱਡ ਦੂਗਾ, ਉਹਦੇ ਤੇ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਕਿਉਂਕਿ ਕਈ ਲੋਕਾਂ ਕੋਲ ਇਹ ਜ਼ਮੀਨ ਦੱਬੀ ਨੂੰ 30 ਸਾਲ ਹੋ ਗਏ, 20 ਸਾਲ ਹੋ ਗਏ, 10 ਸਾਲ ਹੋ ਗਏ। ਤੇ ਅਸੀਂ ਪਿਛਲੇ ਸਾਲ ਵੀ ਕਿਹਾ, ਅੱਜ ਵੀ ਇਹ ਬੇਨਤੀ ਕਰਨ ਲੱਗੇ ਹਾਂ ਕਿ ਮੇਰੇ ਭਰਾਓ 31 ਤਰੀਕ ਤੱਕ ਜਿਹਦੇ ਕੋਲ ਜ਼ਮੀਨ ਆ ਆਪਣੇ ਆਪ ਛੱਡ ਦਿਓ। ਜਿਹੜਾ ਨਹੀਂ ਛੱਡੂਗਾ, 1 ਜੂਨ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਇਹ ਜ਼ਮੀਨਾਂ ਜਿਹੜੀਆਂ ਅਸੀਂ ਛਡਾ ਰਹੇ ਹਾਂ, ਅਸੀਂ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ। ਅਸੀਂ ਜ਼ਮੀਨ ਹਰ ਹਾਲਤ ਛਡਾਉਣੀ ਆ, ਭਾਵੇਂ 2 ਮਰਲੇ ਆ, 4 ਮਰਲੇ ਆ, ਕਿਤੇ ਕਨਾਲ ਆ, ਕਿਤੇ ਜਿਹੜੀ 10 ਕਿੱਲੇ ਆ, 20 ਏਕੜ ਆ, ਕਈਆਂ ਥਾਵਾਂ ਤੇ 100 ਏਕੜ ਆ। ਸਾਡਾ ਤੈਅ ਆ ਕਿ ਜਿੰਨੀ ਵੀ ਜ਼ਮੀਨ ਆ ਪੰਜਾਬ ਦੇ ਵਿੱਚ ਜਿਹੜੀ ਨਜਾਇਜ਼ ਕਬਜ਼ਿਆਂ ਦੇ ਵਿੱਚ ਹੈ, ਉਹਨੂੰ ਅਸੀਂ ਛਡਾਉਣਾ ਹੀ ਛਡਾਉਣਾ। ਉਹਦੀ ਕਾਨੂੰਨੀ ਪ੍ਰਕਿਰਿਆ ਅਸੀਂ ਪੂਰੀ ਕਰ ਰਹੇ ਹਾਂ। ਸਾਡੇ ਕੋਲ ਬਹੁਤ ਸਾਰੀ ਲੈਂਡ ਹੈ, ਪਰ ਐਰਕਾ ਜਿਹੜੀ ਅਸੀਂ ਮਿਥੀ ਹੈ, ਜਿਹੜੀ 10 ਜੂਨ ਤੱਕ ਅਸੀਂ ਛਡਾਉਣਾ ਚਾਹੁੰਦੇ ਹਾਂ, ਕਿਉਂਕਿ 10 ਜੂਨ ਤੋਂ ਝੋਨੇ ਦਾ ਸੀਜ਼ਨ ਲੱਗਣਾ, ਝੋਨਾ ਸ਼ੁਰੂ ਹੋ ਜਾਏਗਾ। ਅਸੀਂ 10 ਜੂਨ ਤੱਕ ਕੱਲ ਬੈਠ ਕੇ ਜਿਹੜੀ ਲੋਕੇਟ ਕੀਤੀ, ਜਿਹਦੇ ਲਈ ਕਬਜ਼ਾ ਵਾਰੰਟ ਜਾਰੀ ਕੀਤੇ ਆ, ਉਹ 6000 ਏਕੜ ਜ਼ਮੀਨ ਹੈ ਜਿਹੜੀ 10 ਜੂਨ ਤੱਕ ਅਸੀਂ ਖਾਲੀ ਕਰਾ ਲਾਂਗੇ, ਜਿਹਦੇ ਬਿਲਕੁਲ ਕੋਈ ਪੇਪਰ ਦੀ ਲੋੜ ਨਹੀਂ। ਸਾਡੇ ਡੀਡੀਪੀਓ ਸਾਹਿਬ ਜਿਹੜੀ ਸਾਡੇ ਮਹਿਕਮੇ ਦੀ ਕੋਰਟ ਹੁੰਦੀ ਹੈ, ਉਹਨਾਂ ਦੇ ਉਹਦੇ ਕਬਜ਼ਾ ਵਾਰੰਟ ਜਾਰੀ ਕਰਤੇ ਆ। ਔਰ ਸਭ ਨੂੰ ਬੇਨਤੀ ਹੈ ਕਿ ਤੁਸੀਂ ਛੱਡ ਦਿਓ। 6000 ਜ਼ਮੀਨ ਜਿਹੜੀ ਹੈ ਉਹ ਅਸੀਂ 10 ਜੂਨ ਤੱਕ ਹੋਰ ਜਿਹੜੀ ਛਡਾਵਾਂਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਮੁੜ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਚ ਤੇਜ਼ੀ ਕਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਵਿਰੋਧ ਮਗਰੋਂ ਕਿਸਾਨ ਇੱਕ ਵਾਰ ਢਿੱਲੀ ਪੈ ਗਈ ਸੀ, ਪਰ ਹੁਣ ਫਿਰ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਤੀਸਰੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਫੈਸਲੇ ਦੀ ਤਿਆਰੀ 'ਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤਰਿਮ ਕਮੇਟੀ ਦੀ ਮੀਟਿੰਗ 20 ਮਈ ਨੂੰ ਹੋਵੇਗੀ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰਿਮ ਕਮੇਟੀ ਦੀ ਅਹਿਮ ਮੀਟਿੰਗ 20 ਮਈ ਯਾਨੀ ਕਿ ਭਲਕੇ ਸੱਦ ਲਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ
ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆ ਗਏ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਉੱਤੇ ਇਤਰਾਜ਼ ਵੀ ਜਤਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਵਿਚਾਲੇ ਚੱਲ ਰਹੀ ਕਲੇਸ਼ ਵਿੱਚ ਰਾਘਵ ਚੱਡਾ ਦੀ ਮੰਗਣੀ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ। ਜਿੱਥੇ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਨਾਰਾਜ਼ ਵਿਖਾਈ ਦੇ ਰਿਹਾ, ਉੱਥੇ ਹੀ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਵੀ ਜਥੇਦਾਰ ਦਾ ਰਾਘਵ ਚੱਡਾ ਅਤੇ ਪਰਿਨੀਤੀ ਚੋਪੜਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣ ਤੇ ਇਤਰਾਜ਼ ਜਤਾਇਆ ਗਿਆ, ਜਿਸ ਤੋਂ ਬਾਅਦ ਹੁਣ 20 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਵੇਖਣਾ ਹੋਵੇਗਾ ਕਿ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਸਖਤ ਫੈਸਲਾ ਲਿਆ ਜਾਂਦਾ ਹੈ ਜਾਂ ਫਿਰ ਨਹੀਂ। ਇੱਥੇ ਵੀ ਦੱਸਣਾ ਬਣਦਾ ਹੈ ਕਿ ਬੀਤੇ 1 ਸਾਲ ਤੋਂ ਅਕਾਲੀ ਦਲ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਬੰਧ ਕੋਈ ਚੰਗੇ ਨਹੀਂ ਸੀ। ਪੰਥਕ ਸਟੇਜਾਂ ਤੋਂ ਸ਼ਰੇਆਮ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਅਤੇ ਅਕਾਲੀ ਦਲ ਦਾ ਅਸਲ ਵਜੂਦ ਖਤਮ ਹੋਣ ਦੇ ਬਿਆਨ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਅਕਾਲੀ ਦਲ ਦੀ ਟਾਰਗੇਟ ਤੇ ਚੱਲ ਰਹੇ ਸੀ। ਇੰਨਾ ਹੀ ਨਹੀਂ, ਪਿਛਲੇ ਕੁਝ ਸਮੇਂ ਤੋਂ ਜਥੇਦਾਰ ਅਤੇ ਅਕਾਲੀ ਦਲ ਦਰਮਿਆਨ ਰੰਜਿਸ਼ ਚੱਲ ਰਹੀ ਸੀ। ਜਥੇਦਾਰ ਨੇ ਕਈ ਵਾਰ ਅਕਾਲੀ ਦਲ ਦੀ ਕਮਜ਼ੋਰੀ ਦੀ ਗੱਲ ਵੀ ਕੀਤੀ ਹੈ। ਇੰਨਾ ਹੀ ਨਹੀਂ, ਇੱਕ ਵਾਰ ਤਾਂ ਜਥੇਦਾਰ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਸਲਾਹ ਵੀ ਦਿੱਤੀ ਸੀ। ਜ਼ਿਕਰ ਕਰ ਦਈਏ ਕਿ ਅਕਤੂਬਰ 2018 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਸੀ। ਅੰਤਰਿੰਗ ਕਮੇਟੀ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਸਵੀਕਾਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਅਹੁਦਾ ਦਿੱਤਾ ਸੀ। ਦੱਸ ਦਈਏ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰਿਆਂ ਦੇ ਗੁਰਮਤਿ ਦੇ ਸਿਧਾਂਤਾਂ ਮੁਤਾਬਿਕ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਵੀ ਇਸ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ। ਅੱਜ ਜਲੰਧਰ ਵਿਖੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ। ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਕਥਿਤ ਵੀਡੀਓ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਲਗਾਤਾਰ ਮਾਨ ਸਰਕਾਰ ਨੂੰ ਘੇਰ ਰਹੇ ਨੇ। ਇਸ ਦਰਮਿਆਨ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਵੱਲੋਂ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਪਾਰਟੀ ਕਹਿੰਦੀ ਸੀ ਅਸੀਂ ਬੜਾ ਵੱਡਾ ਬਦਲਾਵ ਲੈ ਕੇ ਆਵਾਂਗੇ, ਨਾ ਸਿਰਫ ਦੇਸ਼ ਦੀ ਸਿਆਸਤ ਵਿੱਚ ਬਲਕਿ ਨੈਤਿਕ ਕਦਰਾਂ ਕੀਮਤਾਂ ਵਿੱਚ ਸਮਾਜਿਕ ਨਿਆਂ ਦੇਣ ਦਾ ਯਤਨ ਕਰਾਂਗੇ। ਬਹੁਤ ਵੱਡੀਆਂ ਗੱਲਾਂ ਕੀਤੀਆਂ ਤੇ ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ ਕਿ ਕਟਾਰੂ ਚੱਕ ਦੇ ਵਿੱਚ ਕਿੱਥੇ ਚਲੇ ਗਈਆਂ ਸਾਰੀਆਂ ਤੁਹਾਡੀ ਕਦਰਾਂ ਕੀਮਤਾਂ? ਉੱਥੇ ਉਹ ਪਾਇਆ ਗਿਆ ਕਿ ਇਹ ਵੀਡੀਓ ਕਲਿੱਪਸ ਬਿਲਕੁਲ ਦਰੁਸਤ ਨੇ, ਆਥੈਂਟਿਕ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਗਵਰਨਰ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਹ ਵੀਡੀਓ ਕਲਿੱਪਸ ਭੇਜਤੀਆਂ ਕਿ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਤੁਹਾਨੂੰ। ਅੱਜ ਮੇਰਾ ਖਿਆਲ ਹੈ 15 ਦਿਨ ਹੋ ਗਏ ਨੇ ਔਰ ਬੜੇ ਸੀਨੇ ਤਾਣ ਕੇ ਕਟਾਰੂ ਚੱਕ ਸਾਹਿਬ ਜਿਨ੍ਹਾਂ ਦਾ ਕਿਰਦਾਰ ਉਸ ਵੀਡੀਓ ਵਿੱਚ ਇੰਨੀ ਬੁਰੀ ਤਰ੍ਹਾਂ ਨੰਗਾ ਹੁੰਦਾ ਵਾ, ਮਤਲਬ ਇੱਕ ਨੌਜਵਾਨ, ਔਰ ਫਿਰ ਇੱਥੇ ਨਹੀਂ ਕਿ ਵੀਡੀਓ ਕਲਿੱਪਸ ਚਲੇ ਗਈਆਂ ਪੰਜਾਬ ਸਰਕਾਰ ਕੋਲ ਪਹੁੰਚ ਗਈਆਂ। ਪਹਿਲਾਂ ਤਾਂ ਕਹਿੰਦੇ ਰਹੇ ਜੀ ਇੱਥੇ ਸਾਨੂੰ ਪਤਾ ਹੀ ਨਹੀਂ ਜੀ, ਸਾਡੇ ਕੋਲ ਵੀਡੀਓ ਹੀ ਨਹੀਂ ਆਈ ਜੀ। ਜਿਹੜੀ ਵੀਡੀਓ ਦੇਖੀ ਨਹੀਂ ਸੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿਣ ਲੱਗ ਗਿਆ ਜੀ ਸਾਡਾ ਤਾਂ ਮੰਤਰੀ ਨਿਰਦੋਸ਼ ਹੈ। ਅਮੇ ਭਗਵੰਤ ਮਾਨ ਤੇ ਮੈਂ ਹੈਰਾਨ ਹਾਂ, ਤੁਸੀਂ ਲੌਜਿਕ ਦੇਖੋ ਇਸ ਬੰਦੇ ਦਾ। ਦੈਟ ਮੀਨਸ ਹੀ ਇਜ਼ ਜਸਟੀਫਾਈਂਗ, ਭਗਵੰਤ ਮਾਨ ਇਜ਼ ਜਸਟੀਫਾਈਂਗ ਕਿ ਜੋ ਕਟਾਰੂ ਚੱਕ ਨੇ ਗੰਦ ਫੈਲਾਇਆ, ਬਦਫੈਲੀ ਕੀਤੀ ਆ, ਮੈਂ ਉਹਦੀ ਸਪੋਰਟ ਕਰਦਾ। ਅਸਲ ਵਿੱਚ ਉਹਦਾ ਸਪੋਰਟਰ ਬਣ ਗਿਆ ਭਗਵੰਤ ਮਾਨ। ਪਹਿਲਾਂ ਮੈਂ ਇਹ ਮਸਲੇ ਨੂੰ ਲਿਆਂਦਾ, ਰਾਜਪਾਲ ਨੂੰ ਮਿਲਿਆ 1 ਤਰੀਕ ਨੂੰ, 2 ਤਰੀਕ ਨੂੰ ਇੱਕ ਪੁਰਾਣੀ ਐਸਟੀਐਮ ਦੀ ਸ਼ਿਕਾਇਤ ਬੋਗਸ, ਉਹਦੇ ਉੱਤੇ ਮੇਰੇ ਜੁਰਮ ਵਾਧਾ ਕਰਕੇ 353 ਲਾਤੀ। ਅੱਗੇ ਖੈਰੇ ਨੂੰ ਭਜਾਓ, ਡਰਾਓ, ਇਹੀ ਤਰੀਕਾ ਨਾ। ਔਰ ਐਸਟੀਐਮ ਦੇ ਕੋਲੋਂ I have very authentic record with me, ਮੈਂ ਆਉਣ ਵਾਲੇ ਸਮੇਂ ਤੇ ਦੱਸੂਗਾ ਤੁਹਾਨੂੰ। ਉਹਦੇ ਕੋਲੋਂ ਸ਼ਿਕਾਇਤ ਲਈ ਗਈ, ਉਹਦੀ ਬਾਹ ਮਰੋੜ ਕੇ, ਐ ਬਾਹ ਮਰੋੜ ਕੇ ਕਿ ਦੇ ਇੱਧਰਲੇ ਪਾਸੇ ਚੀਫ ਸੈਕਟਰੀ ਦੇ ਦਫ਼ਤਰ ਵਿੱਚ ਮੰਗਵਾਈ ਗਈ। ਉਹਦੇ ਕੋਲੋਂ ਸ਼ਿਕਾਇਤ ਮੇਰੇ ਖਿਲਾਫ, ਪਰਚਾ ਦਰਜ ਕਰਤਾ, ਮੈਨੂੰ ਐਂਟੀਸਿਪੇਟਰੀ ਬੇਲ ਮਿਲ ਗਈ। 12 ਤਰੀਕ ਨੂੰ ਨੋਟ ਕਰਨ ਵਾਲੀ ਗੱਲ ਹੈ, ਤੁਸੀਂ ਹੈਰਾਨ ਹੋਵੋਗੇ, 12 ਤਰੀਕ ਨੂੰ ਮੈਨੂੰ ਐਂਟੀਸਿਪੇਟਰੀ ਬੇਲ ਮਿਲਦੀ ਆ। 11 ਨੂੰ ਪਹਿਲਾਂ ਹੀ ਪਰਚਾ ਦਰਜ ਕਰਕੇ ਰੱਖਿਆ ਹੋਇਆ, ਔਰ ਗੁਪਤ, ਇਹ ਗੁਪਤਾ कहता है मार बुरा लगूगा, ਗੁਪਤ ਪਰਚਾ ਦਰਜ ਕਰਕੇ ਮੇਰੇ ਖਿਲਾਫ ਰੱਖਿਆ ਹੋਇਆ ਸੀਗਾ। ਮੈਂ ਰਿਣੀ ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦਾ, ਜਿਨ੍ਹਾਂ ਨੇ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਦੇਖ ਕੇ ਤੇ ਇਹਨਾਂ ਨੂੰ ਤਾੜਿਆ। ਔਰ ਉਹਦੇ ਪਿੱਛੇ ਕੇਜਰੀਵਾਲ, ਔਰ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ, ਇਹਨਾਂ ਦੇ ਮਨ 'ਚ ਹੈਗਾ ਵੀ ਸ਼ਾਇਦ ਸਾਨੂੰ ਡਰਾ ਲੈਣਗੇ ਧਮਕਾ ਕੇ। ਅਸੀਂ ਕੇਜਰੀਵਾਲ ਨਹੀਂ ਗੇ, ਮੈਂ ਕੋਈ ਮਾਫੀ ਮੰਗ ਮਹਿਕਮਾ ਨਹੀਂ ਗਾ ਤੇਰੇ ਵਾਂਗੂ, ਤੇਰੇ ਬੌਸ ਵਾਂਗੂ।
ਜਿਹਨੇ ਬਿਕਰਮ ਮਜੀਠੀਆ ਦੇ ਤਲਵੇ ਚੱਟ ਕੇ ਮਾਫੀ ਮੰਗੀ। ਤਲਵੇ, ਜਿਹੜਾ ਬੰਦਾ ਆਪੋਜੀਸ਼ਨ ਵਿੱਚ ਰਹਿ ਕੇ ਸਿੱਟਾ ਨੂੰ ਬੇਸਿੱਟਾ ਕਹਿੰਦਾ ਸੀ, SIT ਪਾਤੀ, ਬਣਾਤੀ, ਠੰਡੇ ਬਸਤੇ 'ਚ ਪਾਤੀ, ਉਹੀ ਟੈਕਨੀਕ ਅੱਜ ਉਹ ਭਗਵੰਤ ਮਾਨ ਆਪਣੇ ਮੰਤਰੀ ਨੂੰ ਬਚਾਉਣ ਵਾਸਤੇ ਵਰਤ ਰਿਹਾ ਵਾ। ਔਰ ਮੈਂ SIT ਨੂੰ ਕਹੂੰਗਾ ਕਿ ਦਿਸ ਇਜ਼, ਇਹਦਾ ਸ਼ਾਰਟ ਫਾਰਮ ਐਕਚੁਅਲੀ ਹੈਗੀ ਆ ਸਪੋਰਟ ਇਨ ਟਰਬਲ। SIT, ਸਪੋਰਟ ਇਨ ਟਰਬਲ ਮੈਕੈਨਿਜ਼ਮ ਆ, ਬਣਾਇਆ ਸਰਕਾਰਾਂ ਨੇ, ਮਗਲੀਆਂ ਨੇ ਵੀ ਬਣਾਇਆ। ਜਿਹੜੇ ਉਹਨਾਂ ਦੇ ਤਾਕਤਵਰ ਬੰਦੇ ਫੜਦੇ ਫਸਦੇ ਨੇ, ਉਹ ਕਹਿੰਦੇ SIT ਬਣਾ ਦਿਓ ਜੀ। ਵੇਅਰ ਇਜ਼ ਦ ਨੀਡ ਆਫ SIT? ਜਦੋਂ ਵਿਕਟਿਮ ਸਾਹਮਣੇ ਆ ਗਿਆ, ਵੀਡੀਓ ਸਾਹਮਣੇ ਆ ਗਈ, ਪਰਚਾ ਦਰਜ ਕਰੋ, ਫੜ ਕੇ ਅੰਦਰ ਦਿਓ ਤੇ ਕੈਬਨਿਟ ਚੋਂ ਬਾਹਰ ਕੱਢੋ। ਇੱਥੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਸਿੱਟ ਵੀ ਬਣਾਈ ਹੈ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਿੱਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਗੁਰਦਾਸਪੁਰ ਦੇ ਪਾਵਰਕਾਮ ਦਫ਼ਤਰ ਪਹੁੰਚੇ, ਜਿੱਥੇ ਉਹਨਾਂ ਅਚਨਚੇਤ ਸਾਰੇ ਦਫ਼ਤਰ ਦਾ ਨਿਰੀਖਣ ਕੀਤਾ। ਇਸ ਦੌਰਾਨ ਉਹਨਾਂ ਦਫ਼ਤਰ ਵਿੱਚ ਬੈਠ ਕੇ ਮੁਲਾਜ਼ਮਾਂ ਦੀ ਹਾਜ਼ਰੀ ਲਗਾਈ। ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਿਹਾ ਤੇ ਉਹਨਾਂ ਵੱਲੋਂ ਲਗਾਤਾਰ ਦਫ਼ਤਰਾਂ ਦੇ ਵਿੱਚ ਜਾ ਕੇ ਅਚਨਚੇਤ ਛਾਪਾ ਵੀ ਮਾਰਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਦੇ ਵੱਲੋਂ ਸਟਾਫ ਬਾਰੇ ਜਾਣਕਾਰੀ ਵੀ ਲਈ ਜਾਂਦੀ ਹੈ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਵੀ ਜਾਣੀਆਂ ਜਾਂਦੀਆਂ ਨੇ। ਇਸੇ ਦਰਮਿਆਨ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਗੁਰਦਾਸਪੁਰ ਦੇ ਬਿਜਲੀ ਦਫ਼ਤਰ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਸਟਾਫ ਦੀ ਹਾਜ਼ਰੀ ਵੀ ਲਗਾਈ ਗਈ ਅਤੇ ਸਟਾਫ ਮੈਂਬਰ ਯੈਸ ਸਰ ਕਰਦੇ ਹੋਏ ਵੀ ਵਿਖਾਈ ਦਿੱਤੇ ਨੇ। ਸੰਦੀਪ ਅਤਰੀ, ਯੈਸ ਸਰ, ਤੁਸੀਂ ਦਰਸ਼ਨਾ ਦੇਵੀ, ਯੈਸ ਸਰ। ਇਸੇ ਦਰਮਿਆਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਆਏ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਵਿਖਾਈ ਦਿੱਤੇ ਨੇ। ਉਹਨਾਂ ਨੇ ਵੀ ਪੁੱਛਿਆ ਕਿ ਤੁਹਾਨੂੰ ਕੰਮ ਕਰਨ ਦੇ ਵਿੱਚ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ ਅਤੇ ਕੋਈ ਰਿਸ਼ਵਤ ਤਾਂ ਨਹੀਂ ਲਈ ਜਾ ਰਹੀ। ਇਸ ਮਾਮਲੇ ਦੇ ਵਿੱਚ ਆਮ ਲੋਕਾਂ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਹਾਂਜੀ ਸਰ, ਮੇਰਾ ਨਾਮ ਸਰਬਜੀਤ ਹੈ ਜੀ। ਮੈਂ ਇੱਥੇ ਕੰਮ ਕਰਾਉਣ ਆਇਆ ਸੀਗਾ, ਮੇਰਾ ਕੰਮ ਹੋ ਗਿਆ ਜੀ ਤੇ ਮੰਤਰੀ ਸਾਹਿਬ ਆਏ ਸੀ 7 ਵਜੇ, ਮੈਂ 7:35 ਮਿੰਟ ਤੇ ਇੱਥੇ ਪਹੁੰਚਿਆ। ਕਿਸੇ ਨੇ ਕੋਈ ਡਿਮਾਂਡ ਤਾਂ ਨਹੀਂ ਕੀਤੀ? ਪ੍ਰਾਪਤ ਨਹੀਂ ਹੋਏ? ਕੋਈ ਨਹੀਂ ਡਿਮਾਂਡ ਕੀਤੀ। ਹਾਂ, ਕੋਈ ਨਹੀਂ ਸਰ। ਕਿੱਦਾਂ ਦੇ ਗਏ ਸੀਗੇ? ਸਰ ਇਹ ਤੇ ਸਬ ਰੀਜਨ ਤੋਂ ਬਣ ਕੇ ਆਇਆ ਸੀ, ਮੈਂ ਪਤਾ ਕਰਨਾ ਆਇਆ ਸੀ। ਅੱਛਾ। ਹਾਂਜੀ ਸਰ, ਕੱਲ ਕਾਲ ਕੀਤੀ, ਉਹ ਕਹਿੰਦੇ ਲੈਬੋਰੇਟਰੀ ਟੈਸਟ। ਕਿਸੇ ਨੇ ਕੋਈ ਮਿਸਬੀਹੇਵ ਤਾਂ ਨਹੀਂ ਕੀਤਾ? ਸਰ ਨਹੀਂ, ਕੋਈ ਨਹੀਂ, ਕੋਈ ਨਹੀਂ। ਡਿਮਾਂਡ ਕੋਈ ਪੈਸੇ ਦੀ? ਸਰ ਕੋਈ ਵੀ ਤਰ੍ਹਾਂ ਨਹੀਂ। ਸੰਦੀਪ ਅਤਰੀ, ਯੈਸ ਸਰ, ਤੁਸੀਂ ਦਰਸ਼ਨਾ ਦੇਵੀ, ਯੈਸ ਸਰ। ਸੁਰਿੰਦਰ ਕੁਮਾਰ, ਸਰ ਜੀ ਪਟਿਆਲੇ ਗਿਆ। ਕੀ ਕੰਮ ਉਹਨਾਂ ਦੀ? ਸਰ ਜੀ ਡਾਕ ਲੈ ਕੇ ਗਏ ਨੇ। ਸੁਰਿੰਦਰ ਪਟਿਆਲੇ ਗਿਆ ਜੀ। ਹਰਸਿਮਰਨ ਜੀ ਸਰ। ਰਮਨਦੀਪ ਕੌਰ। ਯੈਸ ਸਰ। ਇੱਥੇ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਮਈ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਅਧਿਕਾਰੀ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨਗੇ ਅਤੇ ਲੋਕਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਸਮੇਂ ਸਿਰ ਹੱਲ ਕਰਨਗੇ। ਇਸੇ ਨੂੰ ਲੈ ਕੇ ਪੰਜਾਬ ਦੇ ਕਈ ਸਾਰੇ ਮੰਤਰੀ ਵੱਖ-ਵੱਖ ਦਫ਼ਤਰਾਂ ਦੇ ਵਿੱਚ ਜਾ ਕੇ ਚੈਕਿੰਗ ਕਰਦੇ ਹੋਏ ਵਿਖਾਈ ਵੀ ਦਿੱਤੇ ਨੇ ਕਿ ਆਖਿਰਕਾਰ ਅਧਿਕਾਰੀਆਂ ਦੇ ਵੱਲੋਂ ਕਿੰਨੀ ਕੁ ਮਾਨ ਸਰਕਾਰ ਦੇ ਇਸ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਕਾਂਗਰਸੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਆਪਣੇ ਹਲਕੇ ਵਿੱਚ ਡਾਕਟਰਾਂ ਦੀ ਕਮੀ ਦੀ ਵੀ ਗੱਲ ਆਖੀ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਮੁਹੱਈਆ ਕਰਵਾ ਕੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਵਾਂ ਦੇ ਰਹੀ ਹੈ, ਪਰ ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਹੋਏ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਘਾਟ ਚਲਦਿਆਂ ਹਸਪਤਾਲਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਨੇ। ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਸ਼ਾਨੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆ ਚੁੱਕੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਦੌਰਾ ਕੀਤਾ। ਇਸ ਦਰਮਿਆਨ ਉਨ੍ਹਾਂ ਪਾਇਆ ਕਿ ਇੱਥੇ ਡਾਕਟਰਾਂ ਦੀ ਵੱਡੀ ਘਾਟ ਹੈ, ਜਿਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਮਰੀਜ਼ ਦੀ ਮੌਤ ਹੋ ਰਹੀ ਹੈ।
ਪਿਛਲੇ ਦਿਨੀ ਇੱਕੋ ਪਿੰਡ ਦੇ 2 ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਨੇ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਸਬ ਡਿਵੀਜ਼ਨ ਦਾ ਹਸਪਤਾਲ ਵੱਡਾ ਹੋਣ ਕਰਕੇ ਇਸ ਹਸਪਤਾਲ ਦੇ ਵਿੱਚ 19 ਡਾਕਟਰਾਂ ਦੀ ਡਿਊਟੀ ਹੋਣੀ ਚਾਹੀਦੀ ਹੈ, ਜਦਕਿ ਇਸ ਹਸਪਤਾਲ ਦੇ ਵਿੱਚ ਸਿਰਫ ਇੱਕ ਹੀ ਡਾਕਟਰ ਡਿਊਟੀ ਤੇ ਹੁੰਦਾ ਹੈ ਅਤੇ ਉਹ ਵੀ ਦੁਪਹਿਰ 3 ਵਜੇ ਆਪਣੀ ਡਿਊਟੀ ਖਤਮ ਕਰਕੇ ਚਲਾ ਜਾਂਦਾ ਹੈ। ਇਸੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮਾਨ ਸਰਕਾਰ ਪੁਲਿਸ ਤੇ ਦਬਾਅ ਪਾ ਕੇ ਸਰਕਾਰੀ ਹਸਪਤਾਲ ਬਾਹਰ ਧਰਨਾ ਦੇ ਰਹੀ ਕਾਂਗਰਸੀ ਆਗੂਆਂ ਤੇ ਜਾਣਬੁੱਝ ਕੇ ਪਰਚੇ ਦਰਜ ਕਰ ਰਹੀ ਹੈ। ਚਮਕੌਰ ਸਾਹਿਬ ਤੇ ਮਰਿੰਡਾ ਤੇ ਇਸ ਏਰੀਏ ਦੇ ਜਿੰਨੇ ਡਿਸਪੈਂਸਰੀਆਂ ਤੇ ਹਸਪਤਾਲ ਹੈ ਉਹਨਾਂ 'ਚ ਡਾਕਟਰਾਂ ਦੀ ਬਹੁਤ ਘਾਟ ਹੈ। ਚਮਕੌਰ ਸਾਹਿਬ ਦੇ ਵਿੱਚ ਸਿਵਲ ਹਸਪੀਟਲ ਹੈ ਜਿਹੜਾ ਕਿ ਸਬ ਡਿਵੀਜ਼ਨ ਲੈਵਲ ਦਾ ਹਸਪੀਟਲ ਹੈ, ਉਹਦੇ 'ਚ 19 ਡਾਕਟਰ ਹੋਣੇ ਚਾਹੀਦੇ ਹੈ। ਇੱਥੇ ਸਿਰਫ ਇੱਕ ਡਾਕਟਰ ਹੈ ਜਿਹੜਾ ਕਿ 3 ਵਜੇ ਤੱਕ ਹੀ ਰਹਿੰਦਾ, ਜਿਹਦੇ ਕਰਕੇ ਇੱਥੇ ਲੋਕਾਂ ਦੇ ਨੁਕਸਾਨ ਹੋ ਰਹੇ। ਪਿਛਲੇ ਦਿਨੀ ਲੋਕਾਂ ਨੇ ਰਲ ਕੇ ਇੱਥੇ ਧਰਨਾ ਲਗਾਇਆ ਜੀ, ਕਿਉਂਕਿ ਸਾਡੇ ਬਾਰ-ਬਾਰ ਇੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਡਾਕਟਰੀ ਸਹੂਲਤਾਂ ਨਾ ਹੋਣ ਕਰਕੇ। ਜਿਨ੍ਹਾਂ ਲੋਕਾਂ ਨੇ ਧਰਨਾ ਲਾਇਆ, ਮੈਂ ਵੀ ਉਸ ਧਰਨੇ ਦੇ ਵਿੱਚ ਆਇਆ ਸੀ। ਧਰਨਾਕਾਰੀਆਂ ਨੂੰ ਐਮਐਲਏ ਦੇ ਕਹਿਣ ਤੇ, ਲੋਕਲ ਐਮਐਲਏ ਦੇ ਕਹਿਣ ਤੇ ਪੁਲਿਸ ਹਰਾਸ ਕਰ ਰਹੀ ਹੈ, ਤੰਗ ਕਰ ਰਹੀ ਤੇ ਉਹਨਾਂ ਦੇ ਝੂਠੇ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਬਲਾਕ ਸਮਿਤੀ ਦੇ ਮੈਂਬਰ ਸੱਭਰਵਾਲ ਜੀ, ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਤੇ ਐਮਸੀ ਤੇ ਸਾਡਾ ਯੂਥ ਕਾਂਗਰਸ ਦਾ ਪ੍ਰਧਾਨ, ਇਹਨਾਂ ਦੇ ਪਿੱਛੇ ਪੁਲਿਸ ਪਿਛਲੇ 1 ਹਫ਼ਤੇ ਤੋਂ ਪਈ ਹੋਈ ਹੈ। ਇਹ ਜਿਹੜਾ ਰੁਝਾਨ ਹੈ ਇਹ ਸਹੀ ਨਹੀਂ ਹੈ, ਇਹ ਲੋਕਤੰਤਰ ਵਾਸਤੇ ਬਹੁਤ ਮਾੜਾ ਹੈ। ਸੋ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਧਰਨਾ ਇੱਕ ਬੁਨਿਆਦੀ ਹੱਕ ਹੈ। ਜਦੋਂ ਬਹੁਤ ਜ਼ਿਆਦਾ ਕੋਈ ਦੁਖੀ ਹੁੰਦਾ ਹੈ ਤਾਂ ਉਹ ਆ ਕੇ ਧਰਨਾ ਦਿੰਦਾ ਹੈ, ਤੇ ਧਰਨੇ ਦੇ ਇਵਜ ਦੇ ਵਿੱਚ ਜਿਨ੍ਹਾਂ ਨੇ ਧਰਨਾ ਦਿੱਤਾ ਉਹਨਾਂ ਤੇ ਝੂਠੇ ਪਰਚੇ ਬਣਾਉਣੇ ਬਿਲਕੁਲ ਗਲਤ ਹੈ। ਇਸ ਲਈ ਮੈਂ ਸਰਕਾਰ ਨੂੰ ਤੇ ਪੁਲਿਸ ਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਰੁਝਾਨ ਜੋ ਪਾਇਆ ਜਾ ਰਿਹਾ ਇਹ ਸਹੀ ਨਹੀਂ ਹੈ, ਇਸ ਨੂੰ ਬੰਦ ਕੀਤਾ ਜਾਵੇ। ਸਰ, ਕੀ ਵੈਂਡੇਟਾ ਹੋ ਰਿਹਾ ਹੈ? ਇੱਦਾਂ ਕਿ ਜਿਹੜਾ ਕੋਈ ਗੱਲ ਸਰਕਾਰ ਦੇ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਸਰਕਾਰ ਫੜ ਕੇ ਅੰਦਰ ਦੇ ਦਿੰਦੀ ਹੈ। ਇਹ ਤਾਂ ਕੋਈ ਰੁਝਾਨ ਨਹੀਂ ਹੈ, ਇਹ ਤਾਂ ਕਦੇ ਵੀ ਨਹੀਂ ਹੋਇਆ ਇਸ ਤਰ੍ਹਾਂ। ਸੋ ਇਹ ਜਿਹੜੀ ਗੱਲ ਹੈ ਸਾਰੀ ਬੰਦ ਹੋਣੀ ਚਾਹੀਦੀ। ਇੱਥੇ ਦੱਸਣਯੋਗ ਹੈ ਕਿ ਡਾਕਟਰ ਦੀ ਘਾਟ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਨੌਜਵਾਨਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸੀ, ਜਿਸ ਤੋਂ ਬਾਅਦ ਪਰਿਵਾਰ ਅਤੇ ਆਮ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਦੇ ਵੱਲੋਂ ਵੀ ਸਰਕਾਰੀ ਹਸਪਤਾਲ ਬਾਹਰ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਦਿੱਤਾ ਗਿਆ ਸੀ ਅਤੇ ਹੁਣ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਾਨ ਸਰਕਾਰ ਧਰਨਾ ਦੇ ਰਹੀ ਕਾਂਗਰਸੀ ਆਗੂਆਂ ਤੇ ਜਾਣਬੁੱਝ ਕੇ ਪਰਚਾ ਦਰਜ ਕਰ ਰਹੀ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਪਟੀਸ਼ਨ ਤੇ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋਈ, ਜਿਸ ਤੇ ਹਾਈ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਧੂ ਸਿੰਘ ਧਰਮਸੋਤ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬੀਤੀ ਸ਼ਾਮ ਨਾਭਾ ਦੀ ਨਵੀਂ ਜੇਲ੍ਹ ਵਿੱਚੋਂ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਿਕ ਜ਼ਮਾਨਤ ਤੇ ਰਿਹਾ ਹੋ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਮਾਰਚ ਨੂੰ ਧਰਮਸੋਤ ਦੀ ਜ਼ਮਾਨਤ ਮੰਗ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਬੁੱਧਵਾਰ ਨੂੰ ਦੁਪਹਿਰ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫਿਰ ਦੇਰ ਸ਼ਾਮ ਧਰਮਸੋਤ ਦੀ ਜ਼ਮਾਨਤ ਤੇ ਆਪਣਾ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਉਹ ਬੀਤੀ ਸ਼ਾਮ ਨਾਭਾ ਦੀ ਨਵੀਂ ਜੇਲ੍ਹ ਵਿੱਚੋਂ ਰਿਹਾ ਹੋ ਗਈ ਨੇ। ਇਸ ਮੌਕੇ ਤੇ ਇੱਕ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਨੂੰ ਜੁਡੀਸ਼ੀਅਲ ਤੇ ਪੂਰਾ ਭਰੋਸਾ ਸੀ, ਜਿਸ ਕਰਕੇ ਮੈਨੂੰ ਜ਼ਮਾਨਤ ਮਿਲੀ ਹੈ। ਧਰਮਸੋਤ ਨੇ ਹੋਰ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਵੀ ਮੈਂ ਜੇਲ੍ਹ ਵਿੱਚ ਰਿਹਾ ਤਾਂ ਮੈਂ ਰਲ ਮਿਲ ਕੇ ਅੰਦਰ ਰਿਹਾ। ਉਹਨਾਂ ਨੇ 64 ਕਰੋੜ ਸਕਾਲਰਸ਼ਿਪ ਘੁਟਾਲੇ ਦੇ ਆਰੋਪਾਂ ਬਾਰੇ ਵੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਦੇਖੋ, ਗੱਲ ਇਹ ਹੈ ਆਪਣੇ ਦੇਸ਼ ਤੇ ਇਹ ਆਪਣੇ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਚਾਹੀਦਾ। ਮੈਨੂੰ ਆਪਣੇ ਦੇਸ਼ ਤੇ ਔਰ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਹੈ। ਨਹੀਂ, ਇਹ ਜੱਜ ਸਾਹਿਬ ਦੱਸਣਗੇ, ਇਹ ਜੁਡੀਸ਼ੀਅਲੀ ਦਾ ਮਾਮਲਾ, ਮੈਂ ਕੁਝ ਨਹੀਂ ਦੱਸ ਸਕਦਾ। ਗੱਲ ਇਹ ਆ, ਸਾਨੂੰ ਕਾਨੂੰਨ ਤੇ ਮਾਣ ਹੈ, ਕਾਨੂੰਨ ਦਾ ਸਤਿਕਾਰ ਕਰਦੇ ਆ ਔਰ ਦੇਸ਼ ਦਾ ਸਤਿਕਾਰ ਕਰਦੇ ਆ ਤੇ ਗੁਰੂ ਦਾ ਆਸਰਾ। ਇਹ ਜੁਡੀਸ਼ੀਅਲ ਦਾ ਕੰਮ ਮੈਂ ਨਹੀਂ ਕਹਿ ਸਕਦਾ, ਇਹ ਤਾਂ ਫੈਸਲਾ ਜੁਡੀਸ਼ੀਅਲ ਲੈਂਦੀ ਹੈ। ਮੇਰਾ ਫੈਸਲਾ ਜੁਡੀਸ਼ੀਅਲ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਤੁਸੀਂ ਜਿਹੜੀ ਗੱਲ ਹੈ ਉਹਦਾ ਫਾਇਦਾ, ਜਿੱਥੇ ਵੀ ਰਹਿਣਾ ਸਲੀਕੇ ਨਾਲ ਰਹੋ, ਭਰਾ ਭੈਣਾਂ ਭਰਾਵਾਂ ਵਾਂਗੂ, ਪਰਿਵਾਰ ਵਾਂਗੂ। ਜਿੱਥੇ ਜਾਓ ਕਿਸੇ ਨੂੰ ਦੁੱਖ ਨਾ ਦਿਓ। ਮੁੜ ਮੁੜ ਕੇ ਮੰਨਦੇ ਨਾ ਮੰਨਦੇ ਦਾ ਮਤਲਬ ਕੀ ਇਹਦਾ ਹੈਗਾ ਜੁਡੀਸ਼ੀਅਲ ਦਾ ਮਾਮਲਾ ਹੈ, ਉਹ ਕਰ ਰਹੇ ਨੇ। ਮੈਨੂੰ ਵੀ ਜੁਡੀਸ਼ੀਅਲ ਨੇ ਛੱਡਿਆ।
ਓਕੇ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ FIR ਦਰਜ ਕਰਕੇ 6 ਫਰਵਰੀ ਨੂੰ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੇ ਵਿੱਚ ਧਰਮਸੋਤ ਨੇ ਹਾਈ ਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਤੇ ਅਦਾਲਤ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਬਾਅਦ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ। ਹਾਲਾਂਕਿ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਹੈ। ਉੱਥੇ ਦੂਜੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਤੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਜ਼ਰੂਰ ਕਾਰਵਾਈ ਕਰ ਰਹੀ ਹੈ। ਇਸੇ ਸਬੰਧ ਦੇ ਵਿੱਚ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗੁਰਦਾਸਪੁਰ ਦੇ ਬਟਾਲਾ ਵਿੱਚ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਇੱਕ ਹਿੰਸਕ ਝੜਪ ਹੋਈ, ਜਿਸ ਵਿੱਚ ਇੱਕ ਪੁਲਿਸ ਵਾਲੇ ਵੱਲੋਂ ਕਿਸਾਨ ਬੀਬੀ ਉੱਤੇ ਹੱਥ ਚੁੱਕਿਆ ਗਿਆ। ਹੁਣ ਇਹ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਤੋਂ ਨਿਸ਼ਾਨੇ ਸਾਧੇ ਨੇ, ਨਾਲੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਨੇ। ਪੁਲਿਸ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਾਲੇ ਬੀਤੇ ਕੱਲ ਗੁਰਦਾਸਪੁਰ ਦੇ ਬਟਾਲਾ ਵਿੱਚ ਝੜਪ ਹੋ ਗਈ ਸੀ। ਇਸ ਦਰਮਿਆਨ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਕਿਸਾਨ ਦੇ ਥੱਪੜ ਵੀ ਮਾਰਿਆ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਹੁਣ ਇਸ ਮਾਮਲੇ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ, ਜਿੱਥੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਆੜੀ ਹੱਥੀ ਲਿਆ ਸੀ। ਉੱਥੇ ਹੁਣ ਇਸ ਦਾ ਸੇਕ ਦਿੱਲੀ ਤੱਕ ਵੀ ਪਹੁੰਚ ਗਿਆ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੀ ਹੱਥੀ ਲੈਂਦਿਆਂ ਕਈ ਸਾਰੇ ਸਵਾਲ ਖੜੇ ਕੀਤੇ ਨੇ ਅਤੇ ਉਹਨਾਂ ਤੇ ਨਿਸ਼ਾਨੇ ਸਾਧੇ ਹੈ। पंजाब के गुरदासपुर से एक दिल दहला देने वाली घटना सामने आई, जहां किसान प्रोटेस्ट कर रहे हैं, जो उनकी जमीन एक्वायर की जा रही है। उस एक्विजिशन के खिलाफ जो प्रोटेस्ट हो रहा है उसमें पुलिस जितनी जाति कर रही है, अत्याचार कर रही है लोगों के ऊपर, यहां तक एक मेल पुलिस पर्सन जो है वो औरत को थप्पड़ों से पीट रहा है। इतने थप्पड़ जड़े जा रहे हैं और इस तरह का अत्याचार किया जा रहा है। किसानों की क्या मांग है? हमारी जमीन एक्विजिशन जो है गलत हो रही है, हमारी जमीन हमसे न छीनी जाए। और ये भगवंत मान जी जो कहा करते थे मैं किसान का बेटा हूं, जो लोकसभा में चिल्ला चिल्ला कर बोलते थे मैं किसान का बेटा हूं, और आज वो किसान का बेटा चुप बैठा है जब एक पुलिस वाला वर्दी में ऐवान बनकर हैवान के तरीके से एक औरत के ऊपर, मां के ऊपर हाथ उठा रहा है, उनको पीट रहा है, लेकिन भगवंत मान जी चुप बैठे हैं। क्या मजबूरी आज भगवंत मान जी की, जब उनकी स्टेट की पुलिस इतना अत्याचार कर रही किसानों के ऊपर और वो चुप बैठे हैं। हम मांग करते हैं तुरंत इन पुलिस वालों के ऊपर कार्रवाई की जाए और इन किसानों की जमीन को एक्विजिशन से बचाया जाए, छोड़ा जाए। जो ये किसानों की मांग है वो पूरी की जाए और जिन्होंने ये कार्रवाई की है, इन औरतों के ऊपर हाथ उठाया है, उनके खिलाफ तुरंत कानूनी कार्रवाई की जाए, उन पर मुकदमा भी दर्ज किया जाए और उनको डिसमिस भी किया जाए। ਦਰਅਸਲ ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਬਟਾਲਾ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੀ ਕਿਸਾਨ ਅਤੇ ਪੁਲਿਸ ਵਿੱਚ ਝੜਪ ਹੋ ਗਈ ਸੀ। ਇਸ ਦੌਰਾਨ ਇੱਕ ਪੁਲਿਸ ਵਾਲੇ ਨੇ ਮਹਿਲਾ ਕਿਸਾਨ ਨੂੰ ਥੱਪੜ ਜੜ ਦਿੱਤੇ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਪੁਲਿਸ ਧਰਨੇ ਵਾਲੀ ਥਾਂ ਤੋਂ ਲੈ ਗਈ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਵੀ ਕੀਤਾ। ਉੱਥੇ ਦੂਜੇ ਪਾਸੇ ਕਿਸਾਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਆਪਣੀ ਜ਼ਮੀਨ ਤੋਂ ਕਬਜ਼ਾ ਨਾ ਛੱਡਣ ਤੇ ਕਿਸਾਨਾਂ ਉੱਤੇ ਭਾਰੀ ਲਾਠੀ ਚਾਰਜ ਵੀ ਕੀਤਾ ਗਿਆ ਅਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਪੁਲਿਸ ਜ਼ਮੀਨ ਐਕਵਾਇਰ ਕਰ ਰਹੀ ਹੈ। ਇਸੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਘੜੀਸ ਕੇ ਉਹਨਾਂ ਦੀਆਂ ਪੱਗਾਂ ਵੀ ਉਤਾਰੀਆਂ ਗਈਆਂ ਨੇ। ਹਾਲਾਂਕਿ ਇਸ ਵਾਅਦਾ ਖਿਲਾਫੀ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਬੀਤੇ ਕੱਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਵੀ ਕੀਤਾ ਗਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਨਿਖੇਧੀ ਕੀਤੀ ਗਈ ਸੀ। ਜਲੰਧਰ STF ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅੰਮ੍ਰਿਤਸਰ 'ਚ ਨਸ਼ਾ ਤਸਕਰਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿੱਦੀ ਜਾਣਕਾਰੀ ਦਿੰਦੇ ਹੋਏ STF ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਪੂਰੀ ਕਾਰਵਾਈ ਕੀਤੀ ਗਈ ਹੈ। ਖਬਰ ਅੰਮ੍ਰਿਤਸਰ ਦੀ ਹੈ, ਜਿੱਥੇ ਨਸ਼ਾ ਤਸਕਰਾਂ ਅਤੇ ਜਲੰਧਰ ਤੋਂ ਆਈ STF ਦੀ ਟੀਮ ਦੇ ਵਿੱਚ ਮੁਕਾਬਲਾ ਹੋਇਆ, ਜਿਸ ਦੇ ਵਿੱਚ STF ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਦੇ ਵਿੱਚ STF ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਨਸ਼ਾ ਲੈ ਕੇ ਜਾ ਰਹੀ ਹੈ, ਤਾਂ ਉਹਨਾਂ ਨੂੰ ਨਾਕਾਬੰਦੀ ਕਰਕੇ ਪੁਲਿਸ ਦੇ ਵੱਲੋਂ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ। ਇਹ ਤੇ ਨਾਕਾਬੰਦੀ ਕੀਤੀ ਸੀ STF ਨੇ ਤੇ 2-3 ਬੰਦੇ ਮੋਟਰਸਾਈਕਲ ਤੇ ਆ ਰਹੇ ਤੇ 2 ਬੰਦੇ ਅਸੀਂ ਫੜ ਲਏ ਆ। ਇੱਕ ਮੁੰਡਾ ਮੌਕੇ ਤੋਂ ਭੱਜ ਗਿਆ ਤੇ ਉਹਨਾਂ ਕੋਲ ਜਿਹੜੀ ਰਿਕਵਰੀ ਹੋਈ ਹੈ 150 ਗ੍ਰਾਮ ਹੀਰੋਇਨ
ਤੇ ਇੱਕ ਪਿਸਟਲ ਤੇ 2 ਰਾਉਂਡ। ਉਹ ਗੁਪਤ ਸਾਡੀ ਇਨਫੋਰਮੇਸ਼ਨ ਹੁੰਦੀ ਹੈ ਜੀ। ਇਹਦਾ ਜਦ ਨਾਕਾਬੰਦੀ ਕੀਤੀ ਜਾਂ ਅਸੀਂ ਤੇ ਨਾਕਾਬੰਦੀ ਦੌਰਾਨ ਇਹ ਬੰਦੇ ਕਾਬੂ ਕੀਤੇ। ਕੁਛ ਨਹੀਂ ਜੀ, ਗੋਲੀਆਂ ਕੋਈ ਗੋਲੀ ਨਹੀਂ ਚੱਲੀ ਜੀ। ਨਹੀਂ ਉਹ ਤਾਂ ਜਿਹੜਾ ਬੰਦੇ ਨੇ ਜਿਹੜਾ ਜਾਂਦਾ ਹਵਾਈ ਫਾਇਰ ਕਰ ਗਿਆ ਉਹ ਬੰਦਾ ਫੜਾਂਗੇ ਤੇ ਜੋ ਉਹਦੇ ਕੋਲ ਰਿਕਵਰ ਹੋਇਆ ਕਰਾਂਗੇ। ਇਹ ਨਸ਼ਾ ਸਪਲਾਈ ਕਰਦੇ ਜੀ ਅੰਮ੍ਰਿਤਸਰ 'ਚ, ਜਿਹੜਾ ਨਾ ਜਿੱਥੇ ਇਹਨਾਂ ਦਾ ਗਾਂਹ ਚੱਲਦਾ ਵਾ, ਜਿਹੜੇ ਬੰਦੇ ਗਾਂਹ ਉਹ ਵੀ ਅਸੀਂ ਕਾਬੂ ਕਰ। ਪਿੰਡ ਪੈਂਦਾ ਇੱਥੇ ਆ ਝਵਾਲ ਦੇ ਲਾਗੇ ਪਿੰਡ। ਨਹੀਂ ਪਾਕਿਸਤਾਨ ਨਾਲ ਕੋਈ ਲਿੰਕ ਨਹੀਂ, ਕੋਈ ਗੈਂਗਵਾਰ ਨਾਲ, ਕੋਈ ਪਾਕਿਸਤਾਨ ਨਾਲ ਕੋਈ ਨੋ ਜੀ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਜੋ ਤਫਤੀਸ਼ ਦੌਰਾਨ ਆਇਆ ਭਾਜੀ ਪਰਚਾ ਦੇ ਦਿੱਤਾ ਵਾ, FIR ਕੱਟੀ ਗਈ ਹੈ 321-20 ਤੇ ਅਸਲ ਐਕਟ ਦਾ 25-59। ਇਸ ਦੌਰਾਨ ਜਦੋਂ ਮੌਕੇ ਤੇ ਮੌਜੂਦ ਚਸ਼ਮਦੀਦ ਗਵਾਹ ਨਾਲ ਗੱਲਬਾਤ ਕੀਤੀ गई तो उन्होंने की जानकारी साझी की है। अब जानते हैं। मेरा नाम हरिकिशन। मैंने ये देखा था 2 मुलाजिम थे, वो हमारी नर्सरी पे आके बैठे थे। उसके बाद में एक मोटरसाइकिल वाला आया, उधर खड़ा रहा काफ़ी देर तक, और उसके बाद में वहाँ पे पेट्रोल पंप पे भी गोलीबारी हुई। फिर इधर बढ़ के आगे इधर होके भाग गए। ये 10-11-12 बजे की बात है जी। वो पहले से ही बैठे थे यहाँ पे, जो आए थे इधर, तो मैंने चेयर वेयर भी डाली थी। गोली इस जगह पे, यहाँ पे गोली चली थी। इधर 2 गोलियाँ चली थी, एक पेट्रोल पंप पे चली थी। टोटल पुलिस वाले तो होंगे कम से कम 10-12 बंदे थे इधर। हाँ, गाड़ियाँ थी उनके पास। हाँ, मोटरसाइकिल पे थे, गाड़ी में भी थे, गाड़ी भी थी उनके पास, उधर खड़ी रही। नहीं, गोली नहीं लगी। हाँ, एक बंदा जो है गिरफ्तार हो गया है। हाँ जी, हाँ जी। इत्थे दस्सणयोग है कि पुलिस ने 3 नशा तस्करां दे विचों 2 ਨੂੰ गिरफ्तार कर लिया, जबकि एक मौके तो फरार होने विच कामयाब हो गया। पुलिस ने उस ਨੂੰ जल्द गिरफ्तार ਕਰਨ ਦੇ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਲਈ ਸਰਕਾਰ ਦਾ ਅਲਟੀਮੇਟਮ। ਸੀਐਮ ਮਾਨ ਨੇ ਕੀਤਾ ਟਵੀਟ, ਕਿਹਾ 31 ਮਈ ਤੱਕ ਛੱਡ ਦਿਓ ਕਬਜ਼ੇ, ਨਹੀਂ ਹੋਵੇਗੀ ਕਾਰਵਾਈ। ਭਲਕੇ ਹੋਵੇਗੀ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ, ਜਥੇਦਾਰ ਨੂੰ ਲੈ ਕੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ। ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਮਾਨ ਸਰਕਾਰ ਤੇ ਇਲਜ਼ਾਮ, ਕਿਹਾ ਮੰਤਰੀ ਕਟਾਰੂ ਚੱਕ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਨਾਭਾ ਜੇਲ੍ਹ ਤੋਂ ਬਾਹਰ ਆਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਕੱਲ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।